ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਦੀਨ ਦੁਨੀਆ ਦੇ ਮਾਲਕ ਦੋਹਾਂ ਆਲਮਾਂ ਦੇ ਮਾਲਕ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਉਹਨਾਂ 52 ਹੁਕਮਾਂ ਬਾਰੇ ਚਰਚਾ ਕਰਾਂਗੇ ਜੋ ਉਹਨਾਂ ਨੇ 5 ਭੂਤਕ ਸਰੀਰ ਤਿਆਗਣ ਦੇ ਸਮੇਂ ਸਿੱਖਾਂ ਨੂੰ ਕੀਤੇ ਸੀ। ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ 5 ਭੂਤਕ ਸਰੀਰ ਤਿਆਗੇ ਤਾਂ ਸਿੱਖਾਂ ਨੇ ਉਹਨਾਂ ਪਾਸੋਂ ਹੁਕਮਾਂ ਦੀ ਮੰਗ ਕੀਤੀ। ਤਾਂ ਉਸ ਟਾਈਮ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨੰਦੇੜ ਦੀ ਧਰਤੀ ਤੇ ਇਹ 52 ਬਚਨ ਕੀਤੇ। चिड़ियों से मैं बाज लड़ाऊं, गिद्दड़ों से मैं शेर बनाऊं, 1.25 लाख से एक लड़ाऊं, तबे गुरु गोबिंद सिंह नाम कहाऊं। आओ शुरू करिए गुरु जी दे बचना ते चर्चा करिए ते नाले उन्हां नूं समझिए। जी दा 14वां बचन सी, जद तक विआह आनंद कारज नहीं हुंदे घर गृहस्थ नहीं करना। ਵਿਆਹ ਆਨੰਦ ਕਾਰਜ ਬਿਨਾਂ ਗ੍ਰਹਿਸਥ ਨਹੀਂ ਕਰਨਾ। ਜਦੋਂ ਤੱਕ ਕਿਸੇ ਇਸਤਰੀ ਦਾ ਕਿਸੇ ਗੁਰੂ ਜੀ ਦੀ ਹਜ਼ੂਰੀ ਦੇ ਵਿੱਚ ਆਨੰਦ ਕਾਰਜ ਨਹੀਂ ਹੁੰਦੇ ਉਸ ਟਾਈਮ ਤੇ ਗ੍ਰਹਿਸਥ ਨਹੀਂ ਕਰਨਾ। ਕਿਸੇ ਦੇ ਘਰ ਨੂੰ ਉਹਨਾਂ ਟਾਈਮ ਆਪਣਾ ਨਹੀਂ ਸਮਝਣਾ। ਗੁਰੂ ਜੀ ਦੀ ਆਗਿਆ ਲੈ ਕੇ ਗੁਰੂ ਜੀ ਦੇ ਸਾਹਮਣੇ ਅਰਦਾਸ ਕਰਕੇ ਫਿਰ ਘਰ ਗ੍ਰਹਿਸਥ ਕਰਨਾ ਹੈ। ਪਰ ਇਸਤਰੀ ਮਾਂ ਭੈਣ ਧੀ ਕਰ ਜਨਨੀ। ਪਰਾਈ ਇਸਤਰੀ ਨੂੰ ਜੇ ਉਹ ਮਾਂ ਦੇ ਉਮਰ ਦੀ ਆ ਮਾਂ ਸਮਝਣਾ, ਧੀ ਦੀ ਉਮਰ ਦੀ ਆ ਧੀ ਸਮਝਣਾ, ਭੈਣ ਦੀ ਉਮਰ ਦੀ ਆ ਭੈਣ ਸਮਝਣਾ। ਉਹਨੂੰ ਫਿਟਕਾਰਨਾ ਨਹੀਂ, ਉਹਦਾ ਅਪਮਾਨ ਨਹੀਂ ਕਰਨਾ। ਸ਼੍ਰੀ ਗੁਰੂ ਨਾਨਕ ਦੇਵ ਜੀ ਵੀ ਆਪਣੀ ਬਾਣੀ ਵਿੱਚ ਇਸਤਰੀ ਨੂੰ ਸਨਮਾਨ ਦਿੰਦੇ ਆ। ਆਪਣੇ ਸਿੱਖ ਧਰਮ ਵਿੱਚ ਹਮੇਸ਼ਾ ਹੀ ਗੁਰੂਆਂ ਪੀਰਾਂ ਵੱਲੋਂ ਸਿੱਖ ਧਰਮ ਨੂੰ ਦੇ ਵਿੱਚ ਇਸਤਰੀ ਨੂੰ ਸਨਮਾਨਿਤ ਕੀਤਾ ਗਿਆ ਹੈ। ਕਦੇ ਉਹਨਾਂ ਨੂੰ ਉੱਚਾ ਨੀਵਾਂ ਨਹੀਂ ਬੋਲਣਾ, ਉਹਨਾਂ ਦਾ ਹਮੇਸ਼ਾ ਆਦਰ ਸਤਿਕਾਰ ਕਰਨਾ ਹੈ। ਆਪਣੀ ਗੁਰਬਾਣੀ ਵਿੱਚ ਦਰਜ ਆ ਕਿ ਹਰੇਕ ਇਸਤਰੀ ਦਾ ਸਤਿਕਾਰ ਕਰਨਾ ਵਾ। ਜਗਤ ਝੂਠ ਤਮਾਕੂ ਵਿਖਿਆ ਦਾ ਤਿਆਗ ਕਰਨਾ। ਜਗਤ ਝੂਠ ਤਮਾਕੂ ਵਿਖਿਆ ਦਾ ਤਿਆਗ ਕਰਨਾ, ਕਿਉਂਕਿ ਇਹ ਜੋ ਤਮਾਕੂ ਆ ਜਾਂ ਕੁਛ ਵੀ ਹੈ ਇਹ ਘਰ ਦਾ ਨਾਸ਼, ਸਭ ਨੂੰ ਪਤਾ ਹੈ ਘਰ ਦਾ ਨਾਸ਼ ਆ। ਸਿੱਧੀ ਗੱਲ, ਨੋਰਮਲ ਗੱਲ ਆ ਕਿ ਘਰ ਦਾ ਨਾਸ਼ ਕਰਦੇ ਆ। ਇਹ ਚੀਜ਼ਾਂ ਅੱਜ ਕੱਲ੍ਹ ਕਿੰਨੀਆਂ ਮਹਿੰਗੀਆਂ ਹੋ ਰਹੀਆਂ ਹੈ। ਲੋਕ ਪੁੱਠੇ ਰਾਸਤੇ 'ਚ ਪੈ ਰਹੇ ਇਹਨਾਂ ਚੀਜ਼ਾਂ ਨੂੰ ਪੂਰਾ ਕਰਨ ਦੀ, ਇਹਨਾਂ ਲੋੜਾਂ ਨੂੰ ਪੂਰਾ ਕਰਨ ਵਾਸਤੇ। ਪਰ ਜੇ ਇਹੀ ਮਾੜੀ ਮਾੜੀ ਚੀਜ਼ ਬਚਾਈ ਜਾਵੇ, ਇਹਨਾਂ ਨੂੰ ਕਿਸੇ ਦੀ ਸੇਵਾ ਕਰਨ ਵਿੱਚ ਲਾਇਆ ਜਾਵੇ, ਜੋ ਪੈਸੇ ਤੁਸੀਂ ਇਹਨਾਂ ਨੂੰ ਤੰਬਾਕੂ ਖਰੀਦਣ ਵਾਸਤੇ ਲਾਉਂਦੇ ਹੋ ਜਾਂ ਕੁਛ ਹੋਰ ਨਸ਼ਾ ਖਰੀਦਣ ਤੇ ਲਾਉਂਦੇ ਹੋ, ਤੁਸੀਂ ਜੇ ਕਿਸੇ ਗਰੀਬ ਦੀ ਸੇਵਾ ਕਰਨ ਵਿੱਚ ਲਾਓ ਤਾਂ ਤੁਹਾਨੂੰ ਦੁੱਗਣਾ ਫਲ ਮਿਲੇ। ਤੁਸੀਂ ਪੁੰਨ ਦੇ ਭਾਗੀਦਾਰ ਬਣੋ। ਰਹਿਤਵਾਨ ਤੇ ਨਾਮ ਜਪਣ ਵਾਲੇ ਗੁਰਸਿੱਖਾਂ ਦੀ ਸੰਗਤ ਕਰਨੀ ਆ। ਗੁਰੂ ਜੀ ਦਾ ਅਗਲਾ ਬਚਨ ਸੀ, ਰਹਿਤਵਾਨ ਤੇ ਨਾਮ ਜਪਣ ਵਾਲੇ ਗੁਰਸਿੱਖਾਂ ਦੀ ਸੰਗਤ ਕਰਨੀ ਆ, ਕਿਉਂਕਿ ਉਹ ਹਮੇਸ਼ਾ ਤੁਹਾਨੂੰ ਸਹੀ ਰਾਸਤੇ ਤੇ ਪਾਉਣਗੇ, ਤੁਹਾਨੂੰ ਗੁਰਬਾਣੀ ਨਾਲ ਜੋੜਨਗੇ, ਦੁਨੀਆ ਦੇ ਲੋਭ ਮੋਹ ਮਾਇਆ ਤੋਂ ਦੂਰ ਰੱਖਣਗੇ। ਗੁਰੂ ਜੀ ਵਚਨ ਕਰਦੇ ਆ ਕਿ ਗੁਰਦੁਆਰਾ ਸਾਹਿਬ ਜਾ ਕੇ ਗੁਰਸਿੱਖਾਂ ਦੀ ਬਾਣੀ ਸੁਣਨੀ ਆ, ਉਹਦੇ ਅਰਥ ਸਮਝਣੇ ਆ, ਫਿਰ ਗੁਰਬਾਣੀ ਪੜ੍ਹਨੀ ਆ, ਫਿਰ ਗੁਰਬਾਣੀ ਕੰਠ ਕਰਨੀ ਆ। ਜਦੋਂ ਕਿਸੇ ਚੀਜ਼ ਦਾ ਅਰਥ ਨਾ ਪਤਾ ਹੋਊਗਾ ਉਹਨੂੰ ਬੋਲਣ ਦਾ, ਉਹਨੂੰ ਕਰਨ ਦਾ ਕੀ ਫਾਇਦਾ? ਇੰਟਰਸਟ ਹੀ ਨਹੀਂ ਬਣੇਗਾ ਤੁਹਾਡਾ। ਜਦੋਂ ਕਿਸੇ ਚੀਜ਼ ਦਾ ਅਰਥ ਪਤਾ ਹੋਊਗਾ, ਉਹਦੇ ਬਾਰੇ ਪ੍ਰੋਪਰ ਨੌਲੇਜ ਹੋਊਗੀ, ਹਰੇਕ ਕੰਮ ਫਿਰ ਇੰਟਰਸਟ ਨਾਲ ਕੀਤਾ ਜਾਊਗਾ। ਇਸੇ ਕਰਕੇ ਰਹਿਤਵਾਨ ਗੁਰਸਿੱਖਾਂ ਦੀ ਸੰਗਤ ਕਰਨੀ ਆ, ਉਹਨਾਂ ਬਾਝੋਂ ਬਾਣੀ ਪੜ੍ਹਨੀ ਆ, ਬਾਣੀ ਸੁਣਨੀ ਆ ਤੇ ਉਹਦੇ ਤੇ ਅਮਲ ਕਰਨਾ, ਉਹਨਾਂ ਦੇ ਅਰਥਾਂ ਨੂੰ ਸਮਝਣਾ। ਅਗਲੇ ਵਚਨ ਗੁਰੂ ਜੀ ਕਰਦੇ ਆ ਕਿ ਜੋ ਕੰਮ ਤੁਸੀਂ ਆਪਣਾ ਕਰਦੇ ਹੋ ਉਹਦੇ ਵਿੱਚ ਆਲਸ ਨਹੀਂ ਰੱਖਣੀ। ਜੋ ਕੰਮ ਤੁਸੀਂ ਅੱਜ ਕਰਨਾ ਹੈ ਉਹਨੂੰ ਅੱਜ ਕਰਨਾ ਹੈ, ਕਿਉਂਕਿ ਜੇ ਸਮਾਂ ਲੰਘ ਗਿਆ ਇਹ ਵਾਪਸ ਨਹੀਂ ਆਉਣਾ। ਇਹ ਆਪਾਂ ਨੂੰ ਵੀ ਪਤਾ, ਜੋ ਸਮਾਂ ਲੰਘ ਗਿਆ ਉਹ ਵਾਪਸ ਨਹੀਂ ਆਉਣਾ। ਇਹ ਸਮੇਂ ਨੂੰ ਟਾਈਮ ਪਾਸ ਨਹੀਂ ਕਰਨਾ, ਇਸ ਟਾਈਮ ਨੂੰ ਯੂਜ਼ ਕਰਨਾ ਵਾ। ਆਪਣੇ ਫਿਊਚਰ ਨੂੰ ਕ੍ਰੀਏਟ ਕਰਨ ਲਈ ਇਸ ਟਾਈਮ ਨੂੰ ਯੂਜ਼ ਕਰਨਾ ਵਾ। ਉਹ ਕਿਵੇਂ ਕਰਨਾ? ਉਹ ਆਪਣੇ ਤੇ ਗੁਰਬਾਣੀ ਨਾਲ ਜੋੜ ਕੇ, ਕਿਰਤ ਕਰਕੇ, ਗੁਰਬਾਣੀ ਨਾਲ ਜੋੜ ਕੇ ਕਿਰਤ ਕਰਕੇ ਇਸ ਟਾਈਮ ਨੂੰ ਆਪਣੇ ਨੂੰ ਸਫਲ ਬਣਾਉਣਾ, ਆਪਦੇ ਮਨੁੱਖੀ ਜੀਵਨ ਨੂੰ ਸਫਲ ਬਣਾਉਣਾ। कहावत बहुत प्रसिद्ध है, तुसी सुनी भी होगी, कल करे सो आज कर, आज करे सो अब।
पल में परले होएगी बहर करेगा कब। मौत दा की पता कदों आ जानी है। जो काम तुसी कल करना वो अज करो, जो अज करना हुण करो। ये सोचण दा की फायदा कि बाद विच करांगे, कोई फायदा है? जो काम खत्म करना ही है तो हुण क्यों नहीं? उस काम का फायदा, उस काम का लाभ हुण क्यों नहीं लेना? इस करके गुरु जी कहते आ कि अपना काम आप करना, उहदे विच आलस नहीं विखाउणा, वो काम नूं किसे ते नहीं छड्डना, किसे ते डिपेंड नहीं रहना, आपदा काम खुद करना वा ते जदों होवे उदों ही करना, टाइम दे अकॉर्डिंग करना वा, टाइम दे अनुसार करना वा काम खत्म, किसे ते निर्भर नहीं रहना। ठीक है, किसी ते विश्वास नहीं करना, आपदे मेहनत ते विश्वास रखना वा, आपदी लाइफ दे विच स्ट्रगल करना वा, जिहड़ा काम तुहाडे सामने उहनूं काम नूं करना वा, उहनूं किसे ते नहीं छड्डना, उहनूं अगले दिन ते नहीं छड्डना। अगला वचन गुरु जी करदे आ, गुरबाणी दी कथा अते कीर्तन रोज सुनना ते सुनाउणा ते करना। गुरबाणी कंठ करनी आ, गुरबाणी नूं पढ़ना, गुरबाणी दे अर्थ समझने आ, गुरबाणी दे नाल जुड़ना ते दूसरिਆਂ ਨੂੰ भी जोड़ना। गुरुद्वारा साहिब जाके गुरबाणी सुननी आ, चंगी तरह उहदे अर्थ समझने आ, मनो नहीं विसारना गुरबाणी नूं। अपने गुरुआं ने अपने सिख धर्म नूं बचाउण लई, सिख धर्म की इज्जत नूं बनाउण लई, सिख धर्म नूं कायम रखण लई बहुत कुर्बानियां दित्तियां ने। भुलनी नहीं कुर्बानी योधे मर्द दलेरां दी, गुरु गोबिंद सिंह जी दे अणखी पुत्तर बब्बर शेरां दी। कुर्बानी नहीं भुलनी उन्हां दी, उन्होंने अपने दिल विच रख के गुरबाणी पढ़नी आ, गुरबाणी दा कंठ करना, उन्होंने हमेशा याद रखना वा। किरत करन दे नाल नाल गुरबाणी कंठ करनी आ, गुरबाणी पढ़नी आ, सुननी आ, सुनाउणी आ ते उहदे अर्थ समझ के करनी आ। अगला वचन गुरु जी करते आ, किसी की निंदा चुगली ते ईर्खा नहीं करनी, किसी की चुगली नहीं करनी, किसी की निंदा नहीं करनी, किसी को किसी की ईर्खा नहीं करनी। जे तुसी किसी नूं देख के कोई काम करते देख रहे हो, अगे वध रहा वा, उहदी रीस करो। ईर्खा करन दा की फायदा? वो तो अगे वध रहा वा, तुसी घरे बैठे बैठे उहदे तो ईर्खा करी जाओगे, ਉਹਦੇ ਪੁੰਨ ਉਹਨੂੰ ਲੱਗ ਰਹੇ ਆ ਤੇ ਤੁਸੀਂ ਪਾਪ ਦੇ ਭਾਗੀਦਾਰ ਬਣ ਰਹੇ ਹੋ, ਉਹਦੇ ਪੁੰਨਾਂ ਨੂੰ ਵਧਾਰ ਰਹੇ ਹੋ ਤੇ ਉਹਨਾਂ ਦੇ ਪਾਪ ਕੱਟ ਰਹੇ ਹੋ। ਈਰਖਾ ਨਹੀਂ ਕਰਨੀ, ਚੁਗਲੀ ਨਹੀਂ ਕਰਨੀ, ਕਿਸੇ ਦੀ ਕਿਸੇ ਕੋਲ ਨਿੰਦਿਆ ਨਹੀਂ ਕਰਨੀ, ਆਪਦੇ ਕੰਮ ਵੱਲ ਧਿਆਨ ਦੇਣਾ, ਗੁਰਬਾਣੀ ਪੜ੍ਹਨੀ ਆ, ਗੁਰਬਾਣੀ ਸੁਣਨੀ ਆ ਕਿ ਕੋਈ ਕੀ ਕਰਦਾ ਵਾ, कोई की करता, तुहानूं उहदे तो कोई मतलब नहीं होना चाहिए। वो सच्चे पातशाह ते विश्वास रखना। जे तुसीं उहनूं मन च विसार लओगे, उहदा सहारा लेके चलोगे तो भी तुहाडी उंगल फड़ेगा। जे तुसीं उहनूं मनो विसारता, किते किसी की चुगली कर ली, किते किसी की निंदा कर ली, किसी की तो ईर्खा कर ली, तो भी साथ नहीं दऊगा। लेखा देना पैना वा, जो तुसीं इत्थे कर्म कमा रहे हो, उपर जाके लेखा देना पैना वा। जे तुसीं इत्थे ही गुरु जी दे नहीं हो रहे हो तो उन्होंने उपर जाके भी तुहाडी उंगल नहीं फड़नी, तुहाडा साथ नहीं देना। जे इत्थे उन्हां दे नाल चलोगे तां ही वो तुहाडी उंगल फड़नगे, तुहानूं अगे तक लैके जाणगे, तुहाडी सहायता करनगे, जो भी कर्म करोगे उन्हां विच सहाई होणगे। अगला बचना धन जवानी। धन जवानी कुल जात का मान नहीं करना, धन जवानी कुल मान का अभिमान नहीं करना, क्योंकि सारा देन वाला भी उही आ ते खून वाला भी उही आ। इत्थे आया नूं दुनिया मोह लैंदी, दगेबाज दा धर के भेस मियां, सदा नहीं जवानी ऐश मापे, सदा नहीं जे बाल वरेस मियां, सदा नहीं जे दौलत फील घोड़े, सदा नहीं जे राजियां दा देस मियां, शाह मुहम्मद सदा ना रूप दुनिया, सदा रहने ना काल लड़े केस मियां, सदा रहने ना काल लड़े केस मियां। कदे भी जो तुहाडे कोल धन जवानी कुल आ, ओहदा मान नहीं करना, ओहदा अभिमान नहीं करना,
ਦੇਣ ਵਾਲਾ ਵੀ ਉਹੀ ਆ। ਜੇ ਅਭਿਮਾਨ ਕਰੋਗੇ ਤਾਂ ਉਹ ਖੋ ਵੀ ਸਕਦਾ ਵਾ। ਇਹਨਾਂ ਚੀਜ਼ਾਂ ਨੂੰ ਕਿਸੇ ਦੀ ਸੇਵਾ ਕਰਨ ਵਿੱਚ ਜੇ ਲਗਾਓ। ਜੇ ਤੁਹਾਡੇ ਕੋਲ ਥੋੜੀ ਚੀਜ਼ ਆ ਉਹਦੇ ਵਿੱਚ ਖੁਸ਼ ਰਹਿਣਾ ਸਿੱਖੋ। ਮੱਤ ਉੱਚੀ ਤੇ ਸੁੱਚੀ ਰੱਖਣੀ ਆ, ਸੁੱਚੀ ਰੱਖਣੀ ਆ। ਗੁਰਬਾਣੀ ਪੜ੍ਹਨੀ ਆ, ਕਿਸੇ ਦਾ ਬੁਰਾ ਨਹੀਂ ਸੋਚਣਾ। ਜੋ ਕਰਮ ਕਰਦੇ ਆ ਉਹਨੂੰ ਕਰਦੇ ਰਹਿਣਾ ਵਾ। ਫਲ ਦੀ ਚਿੰਤਾ ਨਹੀਂ ਕਰਨੀ। ਫਲ ਦੀ ਚਿੰਤਾ ਕਰੋਗੇ ਤਾਂ ਕਦੇ ਅੱਗੇ ਨਹੀਂ ਵੱਧ ਸਕਦੇ। ਇਹੀ ਸੋਚਦੇ ਰਹੋਗੇ ਵੀ ਹਜੇ ਮੰਜ਼ਿਲ ਉਹ ਪਈ ਆ, ਬਹੁਤ ਦੂਰ ਪਈ ਆ, ਉਹਨੂੰ ਤੁਰਨ ਦੀ ਹਿੰਮਤ ਨਹੀਂ ਹੋਗੀ ਵੀ ਕਿਵੇਂ ਤੁਰਾਂਗੇ। ਉੱਥੇ ਹੌਸਲੇ ਹਾਰ ਜਾਓਗੇ, ਡੀਮੋਟੀਵੇਸ਼ਨ ਹੋ ਜਾਓਗੇ ਤੁਸੀਂ। ਇਹ ਸੱਚ ਹੈ, ਤੁਹਾਨੂੰ ਵੀ ਪਤਾ ਵਾ ਕਿ ਜੇ ਫਲ ਦੀ ਚਿੰਤਾ ਕਰਦੇ ਰਵਾਂਗੇ, ਮਿਹਨਤ ਕਿਵੇਂ ਕਰਾਂਗੇ, ਉਹ ਮਿਹਨਤ ਨੂੰ ਅੱਗੇ ਕਿਵੇਂ ਲੈ ਕੇ ਜਾਣਾ, ਉਹ ਕਿਵੇਂ ਸੋਚਾਂਗੇ ਜੇ ਫਲ ਦੀ ਚਿੰਤਾ ਕਰਦੇ ਰਵਾਂਗੇ ਤਾਂ। ਅਗਲਾ ਵਚਨ ਗੁਰੂ ਜੀ ਕਰਦੇ ਆ ਕਿ ਬੁੱਧੀ ਬਲ ਦਾ ਦਾਤਾ ਉਸੇ ਨੂੰ ਮੰਨਣਾ, ਸਤਿਗੁਰੂ ਨੂੰ ਮੰਨਣਾ, ਵਾਹਿਗੁਰੂ ਨੂੰ ਜਾਣਨਾ ਵਾ ਕਿ ਉਹਨੇ ਜੋ ਦਿੱਤਾ ਉਹਨੇ ਦਿੱਤਾ। ਇੱਕ ਯਾਦ ਹਮੇਸ਼ਾ ਗੱਲ ਯਾਦ ਰੱਖਣੀ ਆ, ਦੇਣ ਵਾਲਾ ਵੀ ਉਹੀ ਆ ਤੇ ਖੋਣ ਵਾਲਾ ਵੀ ਉਹੀ ਆ। ਜੋ ਦੇ ਸਕਦਾ ਤੇ ਉਹ ਖੋ ਵੀ ਸਕਦਾ। ਬੁੱਧੀ ਬਲ ਦਾ ਹੱਕਦਾਰ ਉਹ ਵਾਹਿਗੁਰੂ ਨੂੰ ਜਾਣਨਾ ਵੀ ਜਿੰਨੀ ਬੁੱਧੀ ਸਾਨੂੰ ਦਿੱਤੀ, ਜਿੰਨਾ ਦਿਮਾਗ ਦਿੱਤਾ, ਜੋ ਅਸੀਂ ਕਰ ਸਕਦੇ ਹਾਂ ਉਹਦਾ ਹੱਕਦਾਰ ਵਾਹਿਗੁਰੂ ਤੂੰ ਹੀ ਆ। ਉਹਦੇ ਵਿੱਚ ਤੂੰ ਹੀ ਸਹਾਇਕ ਹੋਇਆ। ਅਰਦਾਸ ਕਰਨੀ ਆ, ਉਹ ਸੱਚੇ ਪਾਤਸ਼ਾਹ ਦਾ ਧੰਨਵਾਦ ਕਰਨਾ। ਕਸਮ ਸਹੁੰ ਚੁੱਕਣ ਵਾਲੇ ਤੇ ਕਦੇ ਇਤਬਾਰ ਨਹੀਂ ਕਰਨਾ। ਇਹ ਆਪਣੀ ਗੁਰਬਾਣੀ ਕਹਿੰਦੀ ਹੈ ਕਿ ਕਸਮ ਸਹੁੰ ਚੁੱਕਣ ਵਾਲੇ ਤੇ ਕਦੇ ਇਤਬਾਰ ਨਹੀਂ ਕਰਨਾ, ਕਿਉਂਕਿ ਕਸਮ ਔਰੰਗਜ਼ੇਬ ਨੇ ਵੀ ਖਾਧੀ ਸੀ ਕੁਰਾਨ ਦੀ। ਕਿੰਨਾ ਕਰਿਆ ਉਹ ਆਪਣੇ ਕਸਮ ਤੇ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ ਜ਼ਫਰਨਾਮੇ ਦੇ ਵਿੱਚ ਸਾਰਾ ਕੁਝ ਲਿਖ ਕੇ ਭੇਜਿਆ। ਜੇ ਤੁਸੀਂ ਪੜੋਗੇ ਨਾ, ਨੂੰ ਕੰਡਾ ਖੜਾ ਹੋ ਜਾਊ। ਗੁਰੂ ਗੋਬਿੰਦ ਸਿੰਘ ਜੀ ਨੇ ਕਲਮ ਦੇ ਨਾਲ ਉਹਨੂੰ ਮੰਜੇ ਤੇ ਪਾਤਾ ਸੀ। ਸਿੱਖਾਂ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੁੱਛਿਆ ਕਦੇ ਕਲਮ ਦੇ ਨਾਲ ਬੰਦਾ ਮਰਿਆ ਵੇਖਿਆ? ਉਹ ਕਹਿੰਦੇ ਨਹੀਂ ਜੀ। ਉਹ ਕਹਿੰਦੇ ਫਿਰ ਅੱਜ ਦੇਖਿਓ। ਸਪੈਸ਼ਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ ਜ਼ਫਰਨਾਮਾ ਲਿਖਿਆ, ਜੋ ਕਿ ਉਹ ਪੜਦਾ ਹੀ ਮੰਜੇ ਤੇ ਲਿਟ ਗਿਆ। ਉਹਨੇ ਕਸਮ ਉਹਦੇ ਵਿੱਚ ਲਿਖਿਆ ਸੀ ਵੀ ਤੂੰ ਤਾਂ ਆਪਣੇ ਧਰਮ ਦਾ ਵੀ ਨਹੀਂ ਹੋਇਆ, ਤੂੰ ਆਪਣੇ ਕੁਰਾਨ ਦਾ ਵੀ ਨਹੀਂ ਹੋਇਆ, ਜਿਹਦੇ ਲਈ ਤੂੰ ਇਹ ਸਾਰਾ ਕੁਝ ਕਰ ਰਿਹਾ, ਤੂੰ ਉਹਦੀਆਂ ਵੀ ਝੂਠੀਆਂ ਸਹੁੰਆਂ ਖਾ ਗਿਆ। ਇਸੇ ਕਰਕੇ ਗੁਰਬਾਣੀ ਕਹਿੰਦੀ ਆ ਕਦੇ ਵੀ ਕਸਮ ਸਹੁੰ ਚੁੱਕਣ ਵਾਲੇ ਤੇ ਇਤਬਾਰ ਨਹੀਂ ਕਰਨਾ। ਸੁਤੰਤਰ ਵਿਚਰਨਾ ਵਾ, ਜੋ ਤੁਹਾਡਾ ਦਿਲ ਕਰਦਾ ਵਾ ਉਹ ਕਰਨਾ ਵਾ, ਉਸੇ ਅਕੋਰਡਿੰਗ ਕਰਮ ਕਰਦੇ ਜਾਣਾ। ਫਲ ਦੀ ਚਿੰਤਾ ਨਹੀਂ ਕਰਨੀ। ਰਾਜਨੀਤੀ ਵੀ ਸਮਝਣੀ ਆ। ਸੋਸਾਇਟੀ ਵਿੱਚ ਕਿੱਦਾਂ ਲੋਕ ਰਹਿ ਰਹੇ ਆ, ਕੀ ਕਰ ਰਹੇ, ਉਹ ਵੀ ਸਭ ਕੁਝ ਸਮਝਣਾ, ਕੀ ਹੋ ਰਿਹਾ ਸਾਡੇ ਸਿਸਟਮ ਦੇ ਵਿੱਚ। ਉਸੇ ਅਕੋਰਡਿੰਗ ਚੱਲਣਾ, ਜਿਸ ਅਕੋਰਡਿੰਗ ਤੁਸੀਂ ਆਪਣਾ ਮਨ ਢਾਲ ਲਓਗੇ, ਗੁਰਬਾਣੀ ਦੇ ਅਕੋਰਡਿੰਗ ਢਾਲੋਗੇ, ਕਦੇ ਮਾਰ ਨਹੀਂ ਖਾਓਗੇ। ਸੁਤੰਤਰ ਵਿਚਰਨਾ, ਸਮਾਜ ਦੇ ਵਿੱਚ ਵਿਚਰਨਾ, ਗੁਰਬਾਣੀ ਦੇ ਅਕੋਰਡਿੰਗ ਵਿਚਰਨਾ, ਗੁਰਬਾਣੀ ਨੂੰ ਸਮਝ ਕੇ ਵਿਚਰਨਾ। ਸ਼ਤਰੂ ਨਾਲ ਸਾਮ ਦਾਮ ਭੇਦ ਆਦਿ ਉਪਵਾਓ ਵਰਤਨੇ, ਉਪਰੰਤ ਯੁੱਧ ਕਰਨਾ ਧਰਮ ਹੈ। ਗੁਰੂ ਜੀ ਬਚਨ ਕਰਦੇ ਆ, ਸ਼ਤਰੂ ਨਾਲ ਦਾਮ ਸਾਮ ਭੇਦ ਆਦਿ ਉਪਾਅ ਵਰਤ ਕੇ ਉਪਰੰਤ ਯੁੱਧ ਕਰਨਾ ਇੱਕ ਧਰਮ ਆ। ਗੁਰਬਾਣੀ ਦੇ ਵਿੱਚ ਲਿਖਿਆ ਗਿਆ ਹੈ। ਦੇਹ ਸ਼ਿਵਾ ਬਰਮੋਹੀਏ ਸ਼ੁਭ ਕਰਮਨ ਤੇ ਕਬੂ ਨਾ ਡਰੋ, ਨਾ ਡਰੋ देह शिवा बरमोहिए शुभ कर्मन ते कबू ना टरो, ना डरो असो जब चाहे लरो, निश्चय कर अपनी जीत करो। गुरु जी कहते शास्त्र विद्या का अभ्यास करना वा, घोड़सवारी का अभ्यास करना। जफरनामे विच गुरु जी लिखते आ, चूकर अज हम हीलते दरगुजस्त, हलाल अस्त बुरदन ब शमशीर दस्त। ਤੁਸੀਂ ਕਿਤੇ ਜਾ ਰਹੇ ਹੋ, ਤੁਹਾਡੇ ਤੇ ਅਚਾਨਕ ਹਮਲਾ ਹੋ ਜਾਂਦਾ ਹੈ, ਤੁਹਾਨੂੰ ਹਥਿਆਰ ਨਾ ਚਲਾਉਣੇ ਆਉਂਦੇ ਹੋਣਗੇ, ਤੁਹਾਡੀ ਮੌਤ ਹੀ ਆ, ਬੇਮੌਤ ਮਾਰੇ ਜਾਓਗੇ।
ਇਹਨਾਂ ਚੀਜ਼ਾਂ ਦਾ ਅਭਿਆਸ ਸਿੱਖਣਾ ਜ਼ਰੂਰੀ ਆ। ਆਤਮ ਰੱਖਿਆ ਦੇ ਲਈ, ਸੱਚ ਦੀ ਰੱਖਿਆ ਲਈ ਕਿਤੇ ਇਹਨਾਂ ਨੂੰ ਗਲਤ ਤਰੀਕੇ ਨਾਲ ਯੂਜ਼ ਨਹੀਂ ਕਰਨਾ, ਸਹੀ ਢੰਗ ਨਾਲ ਵਰਤਣਾ। ਇਹ ਗੁਰੂ ਜੀ ਉਪਦੇਸ਼ ਦਿੰਦੇ, ਆਪਣੀ ਬਾਣੀ ਵਿੱਚ ਲਿਖਿਆ ਗਿਆ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਜਫਰਨਾਮੇ ਦੇ ਵਿੱਚ ਵੀ ਇਹ ਲਿਖਿਆ ਹੋਇਆ ਹੈ, ਘੋੜਸਵਾਰੀ ਸਿੱਖਣੀ ਆ, ਤਲਵਾਰਬਾਜ਼ੀ ਸਿੱਖਣੀ ਆ, ਸ਼ਸਤਰਾਂ ਦਾ ਅਭਿਆਸ ਕਰਨਾ ਵਾ। ਗੁਰੂ ਜੀ ਕਹਿੰਦੇ ਆ ਹਰੇਕ ਧਰਮ ਦੀ ਜਾਣਕਾਰੀ ਲੈਣੀ ਆ, ਪਰ ਵਿਸ਼ਵਾਸ ਦ੍ਰਿੜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਰੱਖਣਾ, ਆਪਣੀ ਗੁਰਬਾਣੀ ਤੇ ਰੱਖਣਾ ਵਾ। ਗੁਰੂ ਜੀ ਕਹਿੰਦੇ ਆ ਵਿਸ਼ਵਾਸ ਦ੍ਰਿੜ ਆਪਣੀ ਗੁਰਬਾਣੀ ਤੇ ਰੱਖਣਾ ਵਾ। ਹਰ ਧਰਮ ਬਾਰੇ ਜਾਣਕਾਰੀ ਲੈ ਸਕਦੇ ਹੋ, ਪਰ ਦ੍ਰਿੜ ਵਿਸ਼ਵਾਸ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਰੱਖਣਾ ਵਾ। ਆਪਣੀ ਗੁਰਬਾਣੀ ਤੇ ਰੱਖਣਾ, ਗੁਰਬਾਣੀ ਨੂੰ ਮੰਨਣਾ। ਕਿਸੇ ਢੰਗ ਦਾ ਕੋਈ ਨਸ਼ਾ ਨਹੀਂ ਕਰਨਾ, ਨਾ ਸ਼ਰਾਬ ਕਿਸੇ ਨੂੰ ਪਿਉਣੀ ਆ ਤੇ ਨਾ ਪੀਣੀ ਆ, ਨਾ ਚੁਗਲੀ, ਨਾ ਕੋਈ ਨਿੰਦਿਆ ਕਰਨੀ ਆ। ਸਿੱਖੀ ਨੂੰ ਕੇਸਾ ਸਵਾਸਾ ਸੰਗ ਨਿਭਾਉਣਾ ਵਾ, ਕਦੇ ਭੁੱਲਣਾ ਨਹੀਂ। ਮਨ ਤੋਂ ਦੀ ਯਥਾਰਥਕ ਸੇਵਾ ਕਰਨੀ ਆ, ਗੁਰਸਿੱਖਾਂ ਦੀ ਸੇਵਾ ਕਰਨੀ ਆ। ਜੋ ਤੁਸੀਂ ਆਪਣਾ ਦਸਵੰਧ ਕੱਢਦੇ ਹੋ, 10ਵਾਂ ਹਿੱਸਾ ਕੱਢਦੇ ਹੋ, ਉਹਨੂੰ ਗੁਰਮੁਖਾਂ ਦੀ ਸੇਵਾ ਵਿੱਚ, ਸਿੱਖਾਂ ਦੀ ਸੇਵਾ ਕਰਨੀ ਆ। ਜੋ ਤੁਸੀਂ ਆਪਣੀ ਕਮਾਈ ਦਾ 10ਵਾਂ ਹਿੱਸਾ ਕੱਢਦੇ ਹੋ, ਉਹਦੇ ਵਿੱਚੋਂ ਗੁਰਸਿੱਖਾਂ ਦੀ ਸੇਵਾ ਕਰਨੀ ਆ ਤੇ ਸਿੱਖੀ ਨੂੰ ਕੇਸਾ ਸਵਾਸਾ ਸੰਗ ਨਿਭਾਉਣਾ। ਕਿਸੇ ਦੀ ਚੁਗਲੀ ਨਹੀਂ ਕਰਨੀ, ਕਿਸੇ ਦੀ ਨਿੰਦਿਆ ਨਹੀਂ ਕਰਨੀ। ਦਰਸ਼ਨ ਯਾਤਰਾ ਗੁਰਦੁਆਰਿਆਂ ਦੀ ਕਰਨੀ ਆ, ਉਹਨਾਂ ਦੇ ਇਤਿਹਾਸ ਨੂੰ ਸਮਝਣਾ ਵਾ, ਆਪਣੀ ਸਿੱਖੀ ਨੂੰ ਸਮਝਣਾ ਵਾ, ਗੁਰੂਆਂ ਦੀ ਕੁਰਬਾਨੀ ਨੂੰ ਸਮਝਣਾ ਵਾ। ਇਹ ਆਪਣੀ ਗੁਰਬਾਣੀ ਆਪਾਂ ਨੂੰ ਉਪਦੇਸ਼ ਦਿੰਦੀ ਆ ਤੇ ਦਰਸ਼ਨ ਯਾਤਰਾ ਗੁਰਦੁਆਰਿਆਂ ਦੀ ਕਰਨੀ ਆ, ਆਪਣੀ ਸਿੱਖ ਧਰਮ ਨੂੰ ਸਮਝਣਾ, ਉਹਨਾਂ ਦੀਆਂ ਕੁਰਬਾਨੀਆਂ ਨੂੰ ਸਮਝਣਾ ਵਾ। ਕਿਸੇ ਦੀ ਚੁਗਲੀ ਨਹੀਂ, ਪੂਰੇ ਕੇਸਾ ਸਵਾਸਾ ਸੰਗ ਨਿਭਾਉਣਾ। ਲਾੜੀ ਮੌਤ ਨੇ ਫਰਕ ਨਾ ਆਉਣ ਦਿੱਤਾ, ਚਾਹਾਂ ਵੀਰਾਂ ਦੇ ਗੂੜੇ ਪਿਆਰ ਅੰਦਰ, ਤੱਕ ਰਿਹਾ ਬਾਪੂ ਕੱਚੇ ਕਿਲੇ ਅੰਦਰੋਂ, ਕਿੰਨਾ ਬਲ ਹੈ ਨਿੱਕੀ ਤਲਵਾਰ ਅੰਦਰ, ਕਿੰਨੀਆਂ ਖਾਧੀਆਂ ਸੱਟਾਂ ਅਜੀਤ ਸਿੰਘ ਨੇ, ਕਿੰਨੇ ਖੁੱਬੇ ਤੀਰ ਜੁਝਾਰ ਅੰਦਰ, ਦਾਦੀ ਤੱਕਿਆ ਬੁਰਜ ਦੀ ਝੀਤ ਵਿੱਚੋਂ, ਫੁੱਲ ਲੁਕ ਗਏ ਨੇ ਇੱਟਾਂ ਦੇ ਭਾਰ ਅੰਦਰ, ਅਰਸ਼ੋਂ ਦਾਦੇ ਸ਼ਹੀਦ ਨੇ ਝਾਤ ਮਾਰੀ, ਕਿੰਨੀ ਸਿਦਕ ਹੈ ਮੇਰੇ ਇਸ ਪਰਿਵਾਰ ਅੰਦਰ, ਜੂਝੇ ਕਿਸ ਤਰ੍ਹਾਂ ਧਰਮ ਤੋਂ ਸਾਹਿਬਜ਼ਾਦੇ, 2 ਮੈਦਾਨ ਅੰਦਰ 2 ਦੀਵਾਰ ਅੰਦਰ। ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਕੋਈ ਵੀ ਨਹੀਂ ਭੁੱਲ ਸਕਦਾ। ਉਹਨਾਂ ਨੇ ਆਪਣੇ ਸਿੱਖ ਧਰਮ ਲਈ ਬਹੁਤ ਕੁਝ ਕੀਤਾ, ਬਹੁਤ ਜੰਗਾਂ ਲੜੀਆਂ, ਤੇ ਹੁਣ ਉਹਨਾਂ ਦੀ ਇਸ ਕੁਰਬਾਨੀ ਨੂੰ ਕਾਇਮ ਰੱਖਣਾ, ਸਿੱਖ ਧਰਮ ਨੂੰ ਕਾਇਮ ਰੱਖਣਾ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਚਨਾਂ ਤੇ ਚੱਲਣਾ, ਉਹ ਆਪਣੇ ਤੇ ਆ। ਜੇ ਆਪਾਂ ਗੁਰਸਿੱਖ ਨੂੰ ਧਿਆਵਾਂਗੇ, ਸਤਿਗੁਰੂ ਦਾ ਸਹਾਰਾ ਲਵਾਂਗੇ, ਤਾਂ ਕਦੇ ਮਾਰ ਨਹੀਂ ਖਾਵਾਂਗੇ, ਹਮੇਸ਼ਾ ਅੱਗੇ ਵਧਾਂਗੇ ਤੇ ਉਹ ਵੀ ਆਪਣਾ ਹੱਥ ਫੜ ਕੇ ਅੱਗੇ ਚੱਲੂਗਾ। ਇਹ ਯਾਦ ਰੱਖਿਓ ਗੱਲ, ਯਾਦ ਰੱਖਣ ਵਾਲੀ ਗੱਲ ਹੈ ਇਹ। ਤੇ ਜੇ ਆਪਾਂ ਉਹ ਸਤਿਗੁਰ ਨੂੰ ਧਿਆਵਾਂਗੇ ਤਾਂ ਉਹ ਵੀ ਆਪਣਾ ਹੱਥ ਫੜ ਕੇ ਚੱਲੂਗਾ। ਅੱਗੇ ਗੁਰੂ ਜੀ ਕਹਿੰਦੇ ਸੀ ਝੂਠੀ ਗਵਾਹੀ ਨਹੀਂ ਦੇਣੀ, ਝੂਠ ਨਹੀਂ ਬੋਲਣਾ। ਹਮੇਸ਼ਾ ਗੁਰਸਿੱਖ ਦਾ ਇਤਬਾਰ ਕਰਨਾ ਵਾ, ਕਿਸੇ ਨੂੰ ਝੂਠੀ ਗਵਾਹੀ ਦੇ ਵਿੱਚ ਨਹੀਂ ਫਸਾਉਣਾ। ਲੰਗਰ ਪ੍ਰਸ਼ਾਦ ਇੱਕ ਰਸ ਵਰਤਾਉਣਾ ਵਾ। ਗੁਰੂ ਜੀ ਦਾ ਆਖਰੀ ਵਚਨ ਸੀ ਲੰਗਰ ਪ੍ਰਸ਼ਾਦ ਇੱਕ ਰਸ ਵਰਤਾਉਣਾ। ਤੇ ਮੈਂ ਤੁਹਾਨੂੰ ਸਭ ਨੂੰ ਇਹੀ ਬੇਨਤੀ ਕਰੂੰਗੀ ਕਿ ਗੁਰੂ ਜੀ ਦੇ ਦਿੱਤੇ ਬਚਨਾਂ ਤੇ, ਜੇ ਤੁਸੀਂ ਇਹਨਾਂ ਬਚਨਾਂ ਚੋਂ 5-7 ਬਚਨ ਵੀ ਆਪਣੀ ਲਾਈਫ ਦੇ ਵਿੱਚ ਸ਼ਾਮਿਲ ਕਰ ਲਵੋਗੇ, ਕਦੇ ਮਾਰ ਨਹੀਂ ਖਾਓਗੇ, ਕਿਸੇ ਨੂੰ ਧੋਖਾ ਨਹੀਂ ਦੇਣਾ, ਚੁਗਲੀ ਨਹੀਂ ਕਰਨੀ, ਨਿੰਦਿਆ ਨਹੀਂ ਕਰਨੀ, ਈਰਖਾ ਨਹੀਂ ਕਰਨੀ, ਆਪਣਾ ਕੰਮ ਸਹੀ ਟਾਈਮ ਤੇ ਕਰਨਾ, ਕਿਸੇ ਨੂੰ ਝੂਠ ਨਹੀਂ ਬੋਲਣਾ, ਉਹ ਸਤਿਗੁਰੂ ਤੁਹਾਨੂੰ ਹਮੇਸ਼ਾ ਸਪੋਰਟ ਕਰੂਗਾ ਤੇ ਤੁਹਾਡੇ ਲਈ ਸਵਰਗਾਂ ਦੇ ਦਵਾਰ ਖੋਲ ਲੂਗਾ। ਤੇ ਇੱਥੋਂ ਮੈਂ ਇੱਕ ਪਲ ਨਾ ਵਿਸਰਾਂ, ਐਸੀ ਨਿਗਾਹ ਟਿਕਾਈ, ਤੂੰ ਮੇਰੀ ਹਰ ਇੱਕ ਖੁਸ਼ੀ ਪਗਾਈ, ਲੱਖ ਸਜਦਾ ਤੇਰੇ ਤਾਈ, ਤੇਰੀ ਰਾਜੀ ਚ ਰਾਜੀ ਨਿਤ ਖੁਸ਼ੀਆਂ ਮਨਾਵਾਂ, ਆਖਰੀ ਸਾਹ ਤੋਂ ਪਹਿਲਾਂ ਦਾਤਿਆ, ਤੈਨੂੰ ਨਾ ਭੁੱਲ ਜਾਵਾਂ, ਤੈਨੂੰ ਨਾ ਭੁੱਲ ਜਾਵਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।